जप होता एक नाम जप जप होता एक निराफल कामा अवर निराफल कामा अवर निराफल कामा अवर निराफल जप होता एक जप जप होता एक पांडा होए बैस धूप देवो पांडा होए बैस धूप देवो तो दूधे को जाओ तो दूधे को सोए भैंस धूप तो दूधे को जाओ कर्म दूध कर्म मन सोरत समायना दूध पांडा सोए बैस धूप देवो पांडा सोए बैस धूप देवो दूधे को जाओ दूधे कर्म होन सोरत समायना होन सोरत समायना कर्म होन सोरत समायना निराश होए निराश जप हो जप हो जप हो मेरा फल का
सब मस्ती है। इन वेद अमृत मान संपट जेत सत थार नावर। मान संपट जेत सत थार नावर। पावन पाती
ਸ਼ਬਦ ਗੁਰੂ ਅਰਜਨ ਪਾਤਸ਼ਾਹ ਨਾਲ, ਇਹ ਪਹਿਲੀ ਪਾਤਸ਼ਾਹੀ ਦਾ ਸ਼ਬਦ ਹੈ। ਗੁਰੂ ਨਾਨਕ ਸਭ ਤੋਂ ਪਹਿਲਾਂ ਉਸ ਰਾਗ 'ਚ ਸ਼ਬਦ ਲਿਖਿਆ। ਗੁਰੂ ਮਹਾਰਾਜ ਸਿੱਧਾਂ ਦੇ ਮੇਲੇ 'ਚ ਜਾ ਵੜੇ। ਸਿੱਧਾਂ ਦੇ ਵੱਡੇ ਸਿੱਧ ਨੇ ਪੁੱਛਿਆ, ਨਾਨਕ ਮੇਰੀ ਮਾਂ ਨਾ ਦੁੱਧ ਜਮਾਇਆ, ਦਹੀਂ ਸਭ ਕੁਛ ਰਿੜਕਣ ਲੱਗੀ, ਮੱਖਣ ਨਹੀਂ ਨਿਕਲਿਆ, ਫੁੱਲ ਖੜ ਗਿਆ। ਬੀਬੀਆਂ ਜਿਸ ਵੇਲੇ ਮੱਖਣ ਨੂੰ ਤੱਤਾ ਕਰਦੀਆਂ, ਫਿਰ ਤੌਂਦੀਆਂ, ਜੇ ਜ਼ਿਆਦਾ ਸੜ ਜਾਏ ਤੇ ਉਹ ਫੁੱਲ ਖੜ ਜਾਂਦਾ। ਮੇਰੀ ਮਾਂ ਨਾ ਸਭ ਕੁਛ ਕੀਤਾ। ਬੜਾ ਮੁਸ਼ਕਲ ਸਵਾਲ ਸੀ ਗੁਰੂ ਨਾਨਕ। ਤਤ ਵਸਤੂ ਹੱਥ ਨਹੀਂ ਆਈ, ਫੁੱਲ ਸੜ ਗਏ। ਭਾਈ ਗੁਰਦਾਸ ਜੀ ਨਾ ਕਦੀ ਵਾਰਾਂ 'ਚ ਪੜਿਆ ਕਰੋ, ਇਹ ਚੀਜ਼ ਲਿਖੀ ਹੈ, ਤੇਰੀ ਮਾਂ ਕੁਚੱਜੀ ਹੈ। ਭਾਂਡਾ ਧੋਏ ਨਾ ਜਾਤੇ ਹੁਣ। ਬੀਬੀਆਂ ਜਦੋਂ ਦੁੱਧ ਜਮਾਉਂਦੀਆਂ ਹਨ, ਪਹਿਲਾਂ ਭਾਂਡੇ ਨੂੰ ਪੂਛਦੀਆਂ ਹਨ, ਚਾਟੀ ਨੂੰ ਪੂਛ ਕੇ ਫਿਰ ਧੁੱਪੇ ਰੱਖਦੀਆਂ ਹਨ। ਧੁੱਪੇ ਰੱਖ ਕੇ ਉਹਨੂੰ ਧੂਪ ਵੀ ਦਿੰਦੀਆਂ ਤਾਂ ਕਿ ਐਨ ਭਾਂਡਾ ਸਾਫ਼ ਸੁਥਰਾ ਹੋ ਜਾਏ। ਉਹਦੇ 'ਚ ਜਿਹੜੀ ਚੀਜ਼ ਪਏ ਉਹ ਫੁੱਟ ਨਾ ਜਾਏ, ਕਿਤੇ ਖਰਾਬ ਨਾ ਹੋ। ਇਹ ਇਸੇ ਤਰ੍ਹਾਂ ਸਰੀਰ ਰੂਪ ਭਾਂਡਾ, ਜੇ ਇਹਦੇ 'ਚ ਮਾਸ ਸ਼ਰਾਬ ਪਾਈ ਜਾਓਗੇ ਤੇ ਨਾਮਰਗੀ ਚੀਜ਼ ਕਈ ਜਨਮਾਂ ਤੱਕ ਨਹੀਂ ਅੰਦਰ ਆਏਗੀ। ਇਹ ਭਾਂਡੇ ਨੂੰ ਪਹਿਲਾਂ ਗੁਰਸਿੱਖ ਨਾਲ ਉਸ ਚੀਜ਼ ਜਿਹੜੀ ਪਾਉਣੀ ਉਹਦੇ ਲਾਇਕ ਬਣਾਉਣਾ। ਮਹਾਰਾਜ ਨੇ ਕਿਹਾ, ਭਾਈ ਮੈਂ ਸ਼ਬਦ ਗਾਵਾਂਗਾ, ਉਹ ਸ਼ਬਦ ਧਿਆਨ ਨਾਲ ਸੁਣਿਓ, ਤੁਹਾਡੇ ਜੋ ਸਵਾਲ ਕੀਤੇ ਉਹਦਾ ਜਵਾਬ ਮਿਲ ਜਾਏ। ਕਹਿੰਦੇ ਮਹਾਰਾਜ ਨੇ ਫਿਰ ਸ਼ਬਦ ਜਦੋਂ ਗਾਇਆ ਨਾ, ਸਿੱਧਾਂ ਦੇ ਲਫ਼ਜ਼ ਸੀ, ਖੇਡਿਓ ਰੇ ਖੇਡਿਓ ਬੇਦੀ ਨਾਨਕ ਖੇਡਿਓ। ਉਹਦਾ ਮਤਲਬ ਸੀ ਸਾਡੀਆਂ ਜੋਗ ਦੀਆਂ ਜੜ੍ਹਾਂ ਪੱਟ ਕੇ ਸੁੱਟ ਦਿੱਤੀਆਂ ਗੁਰੂ ਨਾਨਕ ਨੇ ਸ਼ਬਦ ਨਾਲ। ਐਸਾ ਸ਼ਬਦ ਜੋ ਇਸ ਸ਼ਬਦ ਦੇ ਵਿੱਚ ਗਾਂ ਜ਼ਿਕਰ ਆਏਗਾ, ਉਹ ਆਪਾਂ ਸਾਰੇ ਵਿਚਾਰ ਕਰਾਂਗੇ ਰਲ ਕੇ। ਫਿਰ ਜੇ ਉੱਥੇ ਲਿਖਿਆ ਮੇਲੇ 'ਚ ਰੌਲੀ ਪਾਏਗੀ, ਕਹਿੰਦੇ ਕੋਈ ਐਸਾ ਸਿੱਧ ਹੈ ਜਿਹੜਾ ਇਹਨੂੰ ਕੋਈ ਡੱਕ ਸਕੇ। ਇਸ ਨਾਨਕ ਤਪੀਏ ਨੂੰ ਸਾਡੇ ਜੋਗ ਦੀਆਂ ਜੜ੍ਹਾਂ ਖੇੜ ਕੇ ਰੱਖ ਦਿੱਤੀਆਂ, ਜਿਹੜੀਆਂ ਅਸੀਂ ਹਿੰਦੁਸਤਾਨ 'ਚ ਇੰਨੇ ਚੱਕਰ ਦੀਆਂ ਲਾਈਆਂ ਸੀ ਇੱਕੋ ਸ਼ਬਦ ਨਾਲ। ਇਹ ਸ਼ਬਦ ਕੀ ਹੈ? ਸਿੱਧ ਪੈਰੀ ਪੈ ਗਏ। ਸਿੱਧ ਬੋਲਣ ਸ਼ੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਕਹਿੰਦੇ ਭਾਈ ਸ਼ਬਦ ਗਾਵਾਂਗਾ, ਸ਼ਬਦ ਦੀ ਵਿਚਾਰ ਕਰਿਓ, ਸ਼ਬਦ ਕੀ ਕਹਿੰਦਾ ਹੈ, ਕਿਉਂਕਿ ਸ਼ਬਦ ਮੇਰਾ ਨਹੀਂ, ਸ਼ਬਦ ਅਕਾਲ ਪੁਰਖ ਵੱਲੋਂ ਆਉਂਦਾ ਹੈ। ਸਿੱਧ ਹੈਰਾਨ ਰਹਿ ਗਏ। ਮੇਲਾ 'ਚ ਉਜਾਟ ਪੈ ਗਈ, ਮਗਰ ਮਗਰ ਭੱਜੇ ਸਨ ਬਾਬੇ ਦੇ। ਬਾਬੇ ਨੇ ਜਦੋਂ ਸ਼ਬਦ ਗਾ ਕੇ ਹਟਿਆ, ਸਿੱਧ ਪੈਰੀ ਪੈ, ਕਹਿੰਦੇ ਜੜਾ ਜੋਗ ਦੀਆਂ ਪੱਟ ਸਿੱਟੀਆਂ। ਜੋਗ ਗੀਤਾ ਵਿੱਚ ਸਾਰਾ ਹੀ ਜੋਗ ਹੈ। ਜੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣੇ ਖੱਤਰੀ ਸ਼ਬਦੰ, ਸੂਰ ਸ਼ਬਦੰ, ਸ਼ੂਦਰ ਸ਼ਬਦੰ, ਪ੍ਰਾਕ੍ਰਿਤੇ ਸਰਬ ਸ਼ਬਦੰ ਏਕ ਸ਼ਬਦ। ਜੋਗ ਦਾ ਧਰਮ ਕੀ ਹੈ? ਗਿਆਨ ਇਕੱਠਾ ਕਰਨਾ। ਜੋਗ ਸ਼ਬਦੰ, ਗਿਆਨ ਨੂੰ ਇਕੱਠਾ ਕਰਨਾ। ਖੱਤਰੀ ਦਾ ਧਰਮ ਕੀ ਹੈ? ਲੜਨਾ ਭਿੜਨਾ। ਸ਼ੂਦਰ ਦਾ ਧਰਮ ਕੀ ਹੈ? ਸੇਵਾ ਕਰਨੀ। ਪਰ ਗੁਰਸਿੱਖ ਦਾ ਧਰਮ ਕੀ ਹੈ? ਸਰਬ ਸ਼ਬਦੰ, ਸਾਰੇ ਕਰਦੇ ਹੋਇਆ ਏਕ ਸ਼ਬਦ। ਉਹ ਜਿਹੜਾ ਸ਼ਬਦ ਹੈ ਉਹੀ ਗੁਰੂ ਅਰਜਨ ਪਾਤਸ਼ਾਹ ਨੇ ਸਾਂਭਿਆ। ਹਿਸਟਰੀ ਨਹੀਂ ਸਾਂਭੀ, ਜਨਮ ਸਾਖੀਆਂ ਨਹੀਂ ਸਾਂਭੀਆਂ, ਉਹ ਸ਼ਬਦ ਸਾਂਭੇ ਗੁਰੂ ਗ੍ਰੰਥ ਸਾਹਿਬ। ਉਸ ਕਰਕੇ ਸਰਬ ਸ਼ਬਦਨ ਏਕ ਸ਼ਬਦਨ ਜੇ ਕੋ ਜਾਣੇ ਪਿਓ, ਇਹ ਦੂਸਰੀ ਪਾਤਸ਼ਾਹੀ ਲੈਣਾ ਜੀ ਕਹਿ ਰਹੇ ਨੇ ਗੁਰੂ ਅੰਗਦ ਪਾਤਸ਼ਾਹ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵਿੱਚ ਹੀ ਮਿਲ ਗਏ ਸੀ। ਉਹਨਾਂ ਦੇ ਸਰਬ ਸ਼ਬਦਨ ਏਕ ਸ਼ਬਦਨ ਜੇ ਕੋ ਜਾਣੇ ਪਿਓ, ਨਾਨਕ ਤਾਂ ਕਾ ਦਾਸ ਹੈ। ਗੁਰਸਿੱਖ ਆਸ਼ਿਕ ਸ਼ਬਦ ਦਾ, ਸ਼ਬਦ ਜੋ ਗਾਉਣਾ ਹੈ। ਗੁਰ ਸਤਿਗੁਰ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ, ਡਿਠਿਆ ਮੁਕਤ ਨਾ ਹੋਵੀ ਜਿਚਰ, ਗੁਰ ਸ਼ਬਦ ਨਾ ਕਰੇ ਵਿਚਾਰ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ, ਆਂਖੇ ਨੀਚੇ ਗਾਏ ਸੁਨੇ, ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਹੈ ਜੌਲੋ ਨਾ ਕਮਾਈਏ। ਬਾਣੀ ਕਹੇ ਸੇਵਕ ਜਨ ਮਾਨੇ। ਬਾਬਾ ਇਹ ਸ਼ਬਦ, ਕਿਉਂਕਿ ਇਹਦੀ ਵਿਚਾਰਨਾ ਜਿਹਨਾਂ ਦੇ ਕਰਮਾਂ 'ਚ ਹੈ, ਗੁਰੂ ਨਾਨਕ ਉਹਨਾਂ ਨਾਲ ਵਿਚਾਰਨਾ। ਬਾਕੀ ਬ੍ਰਾਹਮਣਵਾਦ ਵਾਂਗੂ ਬਾਣੀ ਪੜ੍ਹੀ ਜਾਣੀ ਹੈ, ਪੜ੍ਹੀ ਜਾਣੀ ਹੈ, ਇਹ ਨਹੀਂ ਲਿਖਣਾ ਬਾਬਾ ਕਹਿੰਦਾ ਕੀ ਹੈ। ਇਹ ਸ਼ਬਦ ਐਡਾ ਜਿਹੜਾ ਸਿੱਧਾ ਨਾ, ਕਿਉਂਕਿ ਸਿੱਧ ਮਾਮੂਲੀ ਲੋਕ ਨਹੀਂ ਸੀ। ਕਰੀਮ
इंडिया सी उस वेले स्पिरिचुअलिस्ट जिहड़े सिद्ध ये मोहम्मद गौरी और बाकी हमले जिस वेले हो रहे सी ये बेचारे पर्वतां ते चले गए। फिर गुरु नानक रामन गया कहते हो तुसी अच्छे भले लोग ते पर्वतां ते चले गए, कौन जगत का करे दुनिया नूं बाकी खलकत नूं कौन सांभे, तुसी थल्ले उतरो और दुनिया च विचरो और अपने ब्रह्म ज्ञान लोकां नूं दो ताकि शांति आवे। पहाड़ थोड़े तुहाडी जगह। इस करके सिद्धां ने कहा खेदो रे बेदी खेदो नानक जड़ा पड़ सटियां साडे योग दियां, सो योग शब्दं ज्ञान शब्दं वेद शब्दं ब्राह्मण ब्राह्मण का धर्म की है वेद पढ़ना, खत्तरी शब्दं सूर शब्दं शूद्र शब्दं प्राकृत पर सर्व शब्दं एक शब्दं जे को जाने पियो नानक तां का दास है। तेरा कवन गुरु जिसका तू चेला शब्द गुरु, शब्द गुर गहरा शब्द गुर पीरा गहर गंभीरा बिन शब्दे जग बहु आनंद, बिन शब्दे जग बहु आनंद। दुनिया पागल होई फिरदी है शब्द को। तो आ शब्द गाया ਇਹਦਾ ਪਹਿਲਾਂ ਸ਼ੁਰੂ ਹੁੰਦਾ कि माइयां जो दुध पाउण लंगियां ਜਾਂ ਕਿਸੇ ਉਹ ਭਾਂਡੇ ਨੂੰ ਧੋਂਦੀਆਂ ਬੈਸ ਧੂਪ ਦੇਵੋ ਧੂਪ ਦਿੰਦੀਆਂ ਤੋ ਦੁੱਧੇ ਕੋ ਜਾਵੋ। ਫਿਰ ਅਲ ਚ ਜਮਾਉਣਾ ਕੀ ਆ दूध ਕਰਮ, ਜਿਹੜਾ ਤੂੰ ਕਰਮ ਕਰ ਰਿਹਾ ਹੈ ਨਾ, ਜਿਹੜਾ ਕਰਮ ਕਰ ਰਿਹਾ ਹੈ ਨਾ, ਕਰਮ दो किस्म के कर्म ने, एक नाम जपण का काम है, एक बाकी कर्म कांड है जिहदे च रब का नाम नहीं जपते, उहदे च लख नेकियां चंगियाइयां लख पुन्ना प्रमाण लख तप उपर तीर्थां सहज योग विवान लख सूरतन संग्राम रण में छुटे प्राण लख सुरती लख ज्ञान ध्यान पढ़िए पाठ पुराण। करते करना किया लिखिया आवली, इन्हां कर्मां नाल जन्म मरण नहीं मुकना। बाकी तुहानूं जरूर सब कुछ मिल जाऊ, जिंदगी का स्वर्ग भी मिल सकता, होर गां अच्छी जून अगली मिल सकती, देवते भी बन सकते हो, पर जन्म मरण तो छुटोगे नहीं कर्म कांडना। ये इक्को ही है जिहड़ा नाम जपना। महाराज कहंदे उस दूध कर्म, वो कर्म अगे दसणगे रहाओ दी तुख च किहड़ा काम तू करना। दूध कर्म जिहड़ा दुध है वो ते है तेरी करनी। दूध कर्म फुन, फुन बहुत बारी शब्द आया ध्यान नाल सोचना। फुन कहते किसी चीज नूं पलटा के मारना वापस। दूध कर्म फुन सुरत, जिहड़ी सुरत बाहर निकलदी चित जांदा ना बार बार इहनूं पलटा पलटा अंदर नूं लियाउणा, ये सिद्धा ने की समझ। दूध कर्म फुन सुरत समायण कहते जाग लाउण, जाग घर च जाग मुक्का है तो बच्चे नूं कहते जा भाई जाग लिया ते दुध जमाउणा। दूध कर्म फुण जिहड़ी सुरत है ना, इहदे नाल जाग लगना। जे सुरत शब्द सुरत कर कीर्तन सत संग बलोई, शब्द गुरु सुरत धुन चेला। जे सुरत किसी दूसरे बन्ने चल गई, नमाज पढ़न लगे घोड़ी च, बाबे नानक नाथ ने नमाज नहीं पढ़ी। दूध कर्म फुन सुरत समायण, फिर की करना, फिर तू ये गुरु दे नाल आडा ला के नहीं बह जाना कि मैं नाम जप रिहा मैनूं हली तक तो कुछ होया ही नहीं। होए नरास जमाओ। जनानियां सदा बीबियां सवेरे उठ के बच्चे भी कहती देखा दुध जम गया कि नहीं जमे, कोई पता नहीं होता दुध जमना कि नहीं जमना। इस करके जिस तरह दुध जमाउंदे आ, तू नाम जपण लगा गुरु रब नूं पाउणा, तू जदों नाम जपना ते इह ना कह ली सलाम जवाब दोवें करे मुढों पुੱਠਾ जाए। इस करके जदों नाम जपना सारी उम्र भावें कई जन्म लगी जाण, तू धीरज रखनी। इसे करके दूसरी कंडीशन धीरज रखी, जत पहारा धीरज सुनिया, काले नहीं पैना। इस करके सुरत जिहड़ी है निराश तू होके रात नूं जिद्दां दुध जमाईदा भी सवेरे जम गया नहीं जम्मिया ना भी होए निराश जमावो। भाई जे तू भगती शुरू करनी है पहला इन्हां लाइनां ते शुरू कर। सुरत दा जाग लाई, कर्म जिहड़ा दुध विच पाउणा वो मैं तुहानूं रहाओ दी तुक जे दसो कि वो कर्म काम किहड़ा काम करना। तू जिहड़ा जाग लाउणा वो तू सुरत दा लाउणा ते निराश होके जमाई, काला ना पई इस रास्ते ते भाणे ते तुरिया चली। ते पहली तुक ये उन्होंने महाराज ने लिखी, भांडा होए रब बाहर नहीं मिलना, बाहर
नहीं है। इस काया के अंदर ही सब कुछ होना। जे इस भांडे च मास शराब पाओगे, सुपना ही छड़ दो, कभी फुरना ख्याल ही छड़ दो भी तुसी गुरु ने थानू कोई वस्तु दे दूगा। वो ऐसे गंदे थां आऊगा जिसे अंदर बदबूर सड़ांद पै रही, कभी नहीं आएगा। कख नहीं अंदर होना, भावें सारे जन्म लगे रहो। शब्द बाणी दे सिख बनो, रहतनामिਆਂ ਦੇ सिख ना बनो। रहतनामे कच्चे ने, बाणी पक्की है। ये शब्द जो सी कुरलाहट पै गई सी सिद्धां च। जिस दे भांडे दे अंदर गंदगी आ, उत्थे कदी नाम ना कदी नहीं आना, ना रब ना आना। इस करके अंदरला भांडा साफ रखना पैना। भांडा होए कर्म हुन सुरत समायण। होए निराश जमाओ, जप हो जप हो एको नाम, जप जप एको नाम। अवर निराफल कामा, जुग की सुन साधना, जुग की सुन साधना। कर्म किरत की चले न काई, कर्म किरत की चले न काई, कर्म किरत की चले न काई, कर्म किरत की चले न काई। कल जुग नामे की वड्याई, कलयुग नामे की वड्याई, कलयुग नामे की वड्याई, कलयुग नामे की वड्याई। ऐसा हर नाम ऐसा हर नाम जग आए राम राजे, सारे जग आए राम राजे। ये मानस जन्म दुर्लभ है, ये मानस जन्म दुर्लभ है। नाम बिना सब हर नाम ना पीजियो, हर नाम ना पीजियो। आगे भूखा क्या खाए, आगे भूखा क्या खाए, आगे भूखा क्या खाए, क्या खाए। मन मुखा फिर जन्म मन मुखा नानक हर पाए, हर पाए, नानक हर पाए, नानक
ਜ਼ਿਮੀਦਾਰ ਦੂਸਰੇ ਨੂੰ ਕਹਿੰਦਾ ਜ਼ਮੀਨ ਦਾ ਵੱਤਰ ਠੀਕ ਆ ਹੁਣ ਜੇ ਤੂੰ ਹਲ ਲਾਏਗਾ ਤੇ ਸੌਖੀ ਵਗ ਜਾਏਗੀ, ਗਿੱਲ ਵੀ ਹੈ ਅੰਦਰ ਤੇ ਬੀ ਪਾਏਗਾ ਤੇ ਉੱਗ ਪੈਗਾ। ਇਹਨੂੰ ਕਹਿੰਦੇ ਜ਼ਮੀਨ ਦਾ ਵੱਤਰ। ਜੇ ਵੱਤਰ ਫਿਰ ਤੂੰ ਨਾ ਬੀਜਿਆ ਜ਼ਮੀਨ ਕਰੜੀ ਹੋ ਜਾਣੀ, ਚੜ ਜਾਣਾ ਵੱਤਰ, ਫੇਰ ਨਾ ਬੀ ਉੱਗਣਾ ਨਾ ਤੇ ਤੂੰ ਹਲ ਵਗਣਾ। ਇਹ ਕਲਯੁਗ ਦਾ ਸਮਾਂ ਐਸਾ ਹੈ, ਇਹਦੇ ਚ ਸਿਰਫ ਵੱਤਰ ਕਰੜਾ ਜਿਹੜਾ ਨਾਮ ਜਪਣ ਦਾ ਹੁਣ ਵੱਤਰ ਹੈ। ਹੁਣ ਵੱਤੇ ਹਰ ਨਾਮ ਨਾ ਬੀਜਿਆ, ਕਲਯੁਗ ਨਾਮੇ ਕੀ ਵਡਿਆਈ। लिंग करे लटकायो कहूँ लख्यो हरवाजी कहूँ पछाणो शीश नवायो। भूटान को पूजत है भक्तो भूटान को पूजन था वो पूर किया जो सभी जग श्री भगवान को भेद न पायो। अवर मेरा हेरा कीनो दान नानक कै कर केवल नाम। हेरा कीनो दान नानक कै कर केवल नाम। केवल नाम नानक कै कर केवल नाम। केवल नाम नानक कै कर केवल नाम। मन ईटी घात करो, मन ईटी घात करो। भांडा धो के जे दुध जम जाए फिर विच मधानी रखदियां बीबियां, मधानी रख के फिर ਉਹਨੂੰ ਰਿੜਕਣਾ ਸ਼ੁਰੂ ਕਰਦੀਆਂ। ਰਿੜਕਣਾ ਕਿੱਦਾਂ ਹੁੰਦਾ? ਉਹ ਜਿਹੜਾ ਨੇਤਰਾ ਹੈ ਨਾ, ਜਿਹੜਾ ਲਾਲੇ ਦੁਆਲੇ ਦੇ ਪੇਟਿਆ, ਉਹਦੇ ਸੀਰ ਤੇ ਲੱਕੜੀ ਦੀਆਂ ਗੁੱਲੀਆਂ ਹੁੰਦੀਆਂ। ਉਹ ਗੁੱਲੀਆਂ ਦੋ ਉਂਗਲਾਂ ਨਾਲ ਫੜ ਕੇ ਫਿਰ ਰਿੜਕਣਾ ਮਾਰੀਦਾ। ਜੇ ਗੁੱਲੀਆਂ ਹੱਥੋਂ ਛੁੱਟ ਜਾਣ ਉਹ ਰਿੜਕਣਾ ਨਹੀਂ ਵੱਜਣਾ। ਰਸਨਾ ਨਾਮ, ਰਸਨਾ ਜਦੋਂ ਨਾਮ ਜਪਣਾ। ਆ ਜਿਹੜਾ ਮਨ ਹੈ ਨਾ ਅੰਦਰ, ਜਿਹੜਾ ਬਾਹਰ ਅੰਦਰ ਜਾਂਦਾ, ਇਹਨੂੰ ਜਨਮ ਜਨਮ ਦਾ ਸੁਭਾਅ ਪਿਆ ਬਾਹਰ ਜਾਣ ਦਾ, ਇਹਨੇ ਜਾਣਾ। ਪਰ ਗੁਰੂ ਨਾਨਕ ਕਹਿੰਦਾ ਤਕੜਾ ਹੋ ਕੇ, ਜਿੱਦਾਂ ਈਟੀਆਂ ਬੀਬੀ ਉਹ ਗੁੱਲੀਆਂ ਹੱਥ 'ਚ ਫੜ ਕੇ ਰੱਖਦੀ, ਇਹਨੂੰ ਗੁੱਲੀਆਂ ਨਾ ਛੱਡੀ। ਇਸ ਕਰਕੇ ਮਨ ਨੂੰ ਬਾਹਰ ਜਦ ਤੋਂ ਠਾਕ ਰਹਾਵਾ। ਜੇ ਮਨ ਬਾਹਰ ਜਾਂਦਾ ਕੋਸ਼ਿਸ਼ ਕਰ ਫੇਰ ਉਹਨੂੰ ਅੰਦਰ ਲਿਆਉਣ ਦੀ, ਸ਼ਬਦ ਦੇ ਨਾਲ ਜੋੜਨ ਦੀ, ਜਪਣ ਨਾਲ। ਇਹ ਜਿਹੜੀ ਈਟੀ ਕਹਿੰਦੇ ਆ ਉਸ ਗੁੱਲੀ ਨੂੰ, ਇਹ ਜਿਹੜਾ ਮਨ ਆ ਉਹਨੂੰ ਤੇ ਗੁੱਲੀਆਂ ਬਣਾ ਤੇ ਹੱਥ 'ਚ ਫੜ ਕੇ ਰੱਖੀ। ਇਹ ਮਨ ਜਿਹਦੇ ਨਾਲ ਗੁਰੂ ਨਾਨਕ ਨਾਲ ਨਵਾਜ਼ ਨਹੀਂ ਸੀ ਨਾ ਪੜੀ, ਉਹ ਕਾਜੀ ਦਾ ਮਨ, ਉਹ ਗੁੱਲੀਆਂ ਨੇ ਉਹ ਮਨ ਦਾ ਬਸ਼ੇਰੀ 'ਚ ਫਿਰਦਾ ਸੀ ਕੋਲੇ। ਇਸ ਕਰਕੇ ਮਹਾਰਾਜ ਨੇ ਉਹਦੇ ਨਾਲ ਨਮਾਜ਼ ਨਹੀਂ ਪੜੀ। ਇੱਥੇ ਇਹ ਗੁਰੂ ਮਹਾਰਾਜ ਦੀ ਤੱਤ ਫਿਲਾਸਫੀ ਹੈ ਜਿਹੜੀ ਸਿੱਧਾ ਨੂੰ ਵੀ ਜਾਗਰ ਕੀਤੀ ਵੀ ਜੇ ਮਨ ਗੈਰ ਹਾਜ਼ਰ ਹੈ ਤੇ ਤੁਸੀਂ ਕੋਈ ਮੂੰਹ ਮੁੱਖੋਂ ਹਰ ਹਰ ਉਹ ਜਿੱਦਾਂ ਮਰਜ਼ੀ ਕਰੀ ਚੱਲੋ, ਉਹਦੇ ਨਾਲ ਅੰਮ੍ਰਿਤ ਨਹੀਂ ਨਿਕਲਣਾ, ਕਿਉਂਕਿ ਰਿੜਕਾ ਤੇ ਵੱਜਣਾ ਨਹੀਂ। ਹੱਥੋਂ ਗੁੱਲੀ ਛੁੱਟ ਗਈ ਤੇ ਰਿੜਕ ਹੋਣਾ ਹੀ ਨਹੀਂ, ਨਾ ਮੱਖਣ ਨਿਕਲਣਾ। ਇਸ ਕਰਕੇ ਜਿੰਨਾ ਇੱਕ ਮਨ ਇੱਕ ਚਿੱਤ ਨੂੰ ਬਾਰ-ਬਾਰ ਨਾਮ ਨਾਲ ਜੋੜਨਾ, ਇਹ ਸੌਖਾ ਜੋੜਨ ਦਾ ਤਰੀਕਾ ਗੁਰੂ ਮਹਾਰਾਜ ਨੇ ਸੁਣਿਆਂ ਦੀਆਂ ਪੌੜੀਆਂ 'ਚ ਲਿਖਿਆ। ਸੁਣਿਆ ਸਿੱਧ ਪੀਰ ਸੁਰਨਾਸ ਸੁਣਿਆ। ਸੁਣੇ ਦਾ ਮਤਲਬ ਜੋ ਨਾਮ ਜਪੋ ਉਹਨੂੰ ਸੁਣੀ ਚੱਲੋ, ਜੋ ਜਪਦੇ ਉਹਨੂੰ ਸੁਣੀ ਚੱਲੋ। ਜੇ ਜਦੋਂ ਸੁਣਦਾ ਨਹੀਂ ਆ ਉਦੋਂ ਮਨ ਕਿਤੇ ਗਏ ਆ। ਇਸ ਕਰਕੇ ਜਿੰਨਾ ਜਪੋ ਉਹਨੂੰ ਸੁਣੋ, ਉਹ ਫਿਰ ਮਨ, ਇਹਦਾ ਮਤਲਬ ਅਸੀਂ ਹਾਜ਼ਰ ਹਾਂ। ਇਹ ਮਨ ਜਿਹਦੇ ਨਾਲ
ਨੇਤਰਿਆ ਪਾਇਆ ਆਲੇ ਦੁਆਲੇ, ਉਹ ਤੁਹਾਡੀ ਨੀਂਦ ਹੈ। ਜੇ ਨੀਂਦ ਆ ਗਈ ਤੇ ਨੇਤਰਾ ਹੈ ਨਹੀਂ, ਫਿਰ ਵੀ ਨਹੀਂ ਰੜਕਣਾ ਵੱਜਣਾ, ਉਂਗਣਾ ਨਹੀਂ ਹੈ। ਸਾਵਧਾਨ ਹੋ ਕੇ ਨਾਮ ਜਪਣਾ। ਇਸੇ ਕਰਕੇ ਇਸ਼ਨਾਨ ਕਰੀਦਾ, ਸਰੀਰ ਨੂੰ ਸਿਰਫ ਸਾਵਧਾਨ ਕਰਨ ਲਈ। ਹੋਰ ਇਸ਼ਨਾਨ ਸਾਡਾ ਕਰਮ ਕਾਂਡ ਨਹੀਂ ਹੈ, ਇਹਦੇ ਨਾਲ ਕੋਈ ਮੁਕਤੀ ਨਹੀਂ ਹੋਣੀ। ਉਹਦੇ ਡੱਡੂ ਸਦਾ ਹੀ ਨਹਾਉਂਦਾ। ਮਹਾਰਾਜ ਜਿਹੜਾ ਬਾਣੀ ਥਾਂ ਲਿਖਿਆ, ਬਾਹਰ ਨਹਾਵੋ ਕਾਹੇ ਜੀਓ, ਅੰਦਨ ਨਾਮ ਜਪੋ ਗੁਰ ਸਿੱਖੋ, ਅੰਤਰ ਕੀ ਗਤ ਤਮ। ਇਸ ਕਰਕੇ ਜੇ ਤੁਸੀਂ ਉਹ ਜਿਹੜਾ ਨੇਤਰਾ, ਉਂਗ ਨਹੀਂ ਆਉਣ ਦੇਣੀ, ਨੀਂਦ ਨਹੀਂ ਆਉਣੀ। ਜੇ ਨੀਂਦ ਆਉਂਦੀ ਖੜੇ ਹੋ ਜਾਓ, ਨੀਂਦ ਆਉਂਦੀ ਤੁਰ ਫਿਰ ਕੇ ਜਪਣਾ ਸ਼ੁਰੂ ਕਰ ਦਿਓ। ਬਾਬੇ ਫਰੀਦ ਨੂੰ ਉਹਦੀ ਮਾਂ ਕਹਿੰਦੀ, ਪੁੱਤਰ ਤੂੰ ਚੱਲਿਆ ਨਾਮ ਅੱਲਾ ਦਾ ਜਪਣ, ਬਾਹਰ ਇਕਾਂਤ ਚ ਪੜ੍ਹਨਾ ਤੇ ਸੋਣੀ ਉੱਥੇ ਤੂੰ। ਉਹ ਫਰੀਦ ਦਾ ਗੁਰੂ ਉਹਦੀ ਮਾਂ ਸੀ। ਫਿਰ ਕਹਿਣ ਲੱਗੇ, ਉੱਥੇ ਤੂੰ 36 ਪ੍ਰਕਾਰ ਦੇ ਭੋਜਨ ਖਾਈ, ਇੱਥੋਂ ਘੱਟ ਨਾ ਖਾਈ ਸਵਾਦ। ਕਹਿੰਦੀ ਅੰਮਾ ਤੂੰ ਮੈਨੂੰ ਕੀ ਕਹਿ ਰਹੀ? ਉੱਥੇ ਵੇਲੀ ਕਿਹੜਾ ਭੋਜਨ ਲੈ ਕੇ ਬੈਠਾ, ਕਿਹੜਾ ਪਲੰਗ ਵਿਛਾ ਕੇ ਬੈਠਾ? ਕਹਿੰਦੀ ਪੁੱਤਰ ਜਦੋਂ ਤੂੰ ਨਾਮ ਅੱਲਾ ਦਾ ਜਪਣਾ ਸ਼ੁਰੂ ਕਰੇਗਾ, ਤੈਨੂੰ ਥੱਕਣਾ ਸ਼ੁਰੂ ਹੋ ਜੂ, ਤੈਨੂੰ ਨੀਂਦ ਜੀ ਆਉਣੀ, ਤੂੰ ਖੜਾ ਹੋ ਜੀ, ਖੜਾ ਹੋ ਕੇ ਜਪੀ, ਫਿਰ ਵੀ ਤੈਨੂੰ ਨੀਂਦ ਆਉਣੀ ਸ਼ੁਰੂ ਹੋ। ਲੱਗੀ ਚਲੀ ਅੱਲਾ ਦੇ ਨਾਮ ਨੂੰ, ਤੂੰ ਫਿਰ ਤੁਰ ਫਿਰ ਕੇ ਜਪੀ, ਤੁਰ ਫਿਰ ਕੇ ਜਪਣ ਵੀ ਤੈਨੂੰ ਇੱਕ ਵਾਰੀ ਐਸੀ ਉਮੜਾਟ ਆਏਗੀ, ਤੂੰ ਜ਼ਮੀਨ ਤੇ ਡਿੱਗ ਪੈਂਦਾ, ਉਹ ਪਲੰਗ ਦੀ ਨੀਂਦ ਹੋਏਗੀ। ਇੱਥੋਂ ਘੱਟ ਨਹੀਂ ਤੂੰ ਸੌਣਾ। ਇੰਨੀ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਮ ਦੇ ਤੇ ਇੰਨੀ ਕਮਾਈ ਕਰਨੀ ਤੂੰ ਅੱਲਾ ਦੇ ਤੇ, ਤੂੰ ਇਸ ਤਰ੍ਹਾਂ। ਫੇਰ ਭੁੱਖ ਲੱਗੀ ਜ਼ਿਆਦਾ ਨਾ ਤੂੰ ਤੜਫੀ, ਬਹੁਤ ਭੁੱਖ ਲੱਗੀ, ਭਾਵੇਂ ਤੂੰ ਜੋ ਦਰਖਤ ਦੇ ਪੱਤੇ ਕੋਈ ਚੀਜ਼ ਵੀ ਮੂੰਹ ਚ ਪਾ ਲੇਗਾ ਪੱਟ ਕੇ, ਭਾਵੇਂ ਸਾਗ, ਉਹ ਤੈਨੂੰ 36 ਪ੍ਰਕਾਰ ਦੇ ਭੋਜਨ ਦੇ ਸਵਾਦ ਆਉਣਗੇ। ਗੁਰੂ ਅਮਰਦਾਸ ਸਾਹਿਬ ਜੇਠੇ ਨੂੰ ਕਹਿ ਰਹੇ, ਗੁਰੂ ਰਾਮਦਾਸ ਨੂੰ, ਉਹਨਾਂ ਦਾ ਨਾਮ ਪਹਿਲਾਂ ਜੇਠਾ ਸੀ ਗੁਰੂ ਦਾ। ਜੇਠਿਆ ਉਦੋਂ ਖਾਈ ਜਦੋਂ ਤੈਨੂੰ ਭੁੱਖ ਲੱਗੇਗੀ, ਪਹਿਲਾਂ ਨਹੀਂ ਖਾਣਾ, ਜਦੋਂ ਭੁੱਖ ਲੱਗੇਗੀ ਉਦੋਂ ਖਾਈ, ਤੇ ਕੁਛ ਭੁੱਖ ਰੱਖ ਕੇ ਖਾਈ। ਕਿਉਂਕਿ ਗੁਰੂ ਨਾਨਕ ਦੀ ਪੌੜੀ ਦਾ ਇਹ ਹੈ, ਗੁਰੂ ਨਾਨਕ ਪਹਿਲੀ ਪਾਤਸ਼ਾਹੀ ਕਹਿ ਰਹੇ ਨੇ, ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ, ਉਹਨੇ ਮੰਦੇ ਪੈਰ ਨਾ ਰੱਖਣ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਦਣਾ, ਅੰਨ ਪਾਣੀ ਥੋੜਾ ਖਾਇਆ। ਫਿਰ ਕੀ ਹੋਗਾ, ਤੂੰ ਬਖਸ਼ੀਸੀ ਅਗਲਾ, ਨਿਤ ਦੇਵੇ ਚੜੇ ਸਵਾਇਆ, ਵਡਿਆਈ, ਫਿਰ ਉਹ ਬੜੀਆਂ ਤੇਰੇ ਤੇ ਬਖਸ਼ਾਂ ਕਰੇਗਾ। ਇਸ ਕਰਕੇ ਜੇ ਨੀਂਦ ਆ ਗਈ, ਸੌਂ ਗਏ, ਉਂਘ ਗਏ, ਕਿ ਉਹ ਨੇਤਰਾ ਨਹੀਂ ਬਣਨਾ, ਰਿੜਕਣਾ ਨਹੀਂ। ਇਸ ਕਰਕੇ ਗੁੱਲੀਆਂ ਮਨ ਨਿਕਲ ਗਿਆ ਤਾਂ ਵੀ ਨਹੀਂ ਰਿੜਕਾ ਵੱਜਣਾ, ਨਾਮ ਜਪਣਾ ਬਫਾਇਦਾ। ਜੇ ਨੇਤਰਾ ਨੀਂਦ ਆ ਗਈ ਤਾਂ ਵੀ ਨਹੀਂ, ਅਲਰਟ ਹੋ ਕੇ ਸਾਵਧਾਨ। ਜਿੱਦਾਂ ਠੇਕੇਦਾਰ ਦਾ ਕੋਈ ਮਜ਼ਦੂਰ ਮਜ਼ਾਰਾ ਉਹ ਲੈ ਜਾਏ ਇੱਟਾਂ ਢੋਂਦਾ ਹੋਇਆ, ਉਹ ਮਜ਼ਦੂਰੀ ਚਾਕਰੀ ਐਸੀ ਕਰਨੀ ਹੈ ਕਿ ਆਪਣੇ ਮਾਲਕ ਦੀ ਵੀ ਉਸ ਵੇਲੇ ਹਰਾਮਖੋਰੀ ਨਹੀਂ ਕਰਨੀ। ਇਸ ਕਰਕੇ ਨੀਂਦ ਨਹੀਂ ਆਉਂਦੀ, ਜਿਹਨੂੰ ਕਹਿੰਦੇ ਨੇਤਰੋਂ ਫੁੰਨ, ਹੁਣ ਕਹਿੰਦੇ ਪਲਟਾ ਕੇ ਰੋਕਣਾ ਨੂੰ। ਇਸ ਕਰਕੇ ਐਸ ਤੁਕ ਦੀ ਸਮਝ ਹੁਣ ਅੱਛੀ ਤਰ੍ਹਾਂ ਆ ਜਾਏਗੀ। ਏ ਮਨ ਫੁੱਲ ਲੱਗੇ ਹੁੰਦੇ ਚਾਰ, ਉਹ ਜਿਹਨਾਂ ਨੇ ਰਿੜਕਣਾ ਹੈ ਉਹ ਰਸਨਾ ਨਾਮ ਜਪ ਸਭ ਮਸਤੀ, ਰਸਨਾ ਨਾਮ ਜਪ ਸਭ ਮਸਤੀ, ਰਸਨਾ ਨਾਮ ਜਪੋ ਸਭ ਮਸਤੀ, ਰਸਨਾ ਨਾਮ ਜਪੋ ਸਭ ਮਸਤੀ। ਨਾਮ ਕਿਉਂ ਲੱਗੇ ਭਾਈ? ਉਪਦੇਸ਼ ਚੋਂ ਵਰਨਾ ਤੋਂ ਸਾਂਝਾ। ਜੇ ਕਿਸੇ ਮੁਸਲਮਾਨ ਦਾ ਪੀਰ ਜਾਂ ਸਤਿਗੁਰੂ ਆਪਣਾ, ਉਹਦਾ ਆਪਣਾ ਅੱਲਾ ਦਾ ਨਾਮ ਜਪੇ। ਜੇ ਕੋਈ ਕਬੀਰ ਸਾਹਿਬ ਆਪਣੇ ਰਾਮਾਨੰਦ ਨੇ ਜਿਹੜਾ ਰਾਮ ਦਿੱਤਾ ਉਹ ਜਪੇ।
ਜੇ ਨਾਮਦੇਵ ਹੈ ਉਹਦਾ ਗੁਰਮੰਤਰ ਗੋਬਿੰਦ ਸੀ ਉਹ ਜਪੇ। ਕਲਯੁਗ ਸਤਯੁਗ ਇਹਨਾਂ ਸਾਰਿਆਂ ਪਹਿਲੇ ਯੁੱਗਾਂ ਦੇ ਵਿੱਚ ਲਹਿਦਾ 4 ਅੱਖਰ ਸੀ, ਹਾਹਾ ਰਾਰਾ ਗੱਗਾ ਇਹ ਵਾਵਾ ਵਿਸ਼ਨੂੰ ਹਰ ਗੋਬਿੰਦ। ਇਹ ਫਿਰ 4 ਅੱਖਰ ਇਕੱਠੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ 4 ਅੱਖਰਾਂ ਦਾ ਇੱਕ ਨਾਮ ਰੱਬ ਦਾ। ਇਹ ਵੀ ਜਿਹੜਾ ਕਿ ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਐਸਾ ਸ਼ਬਦ ਜਿਹੜਾ ਪਹਿਲਾਂ ਵੇਦਾਂ ਕਤੇਬਾਂ 'ਚ ਹੈ ਹੀ ਨਹੀਂ। ਵਡਿਆਈ ਦੇਖੋ ਭਾਈ ਗੁਰਦਾਸ ਜੀ ਕੀ ਲਿਖਦੇ, ਅਗੋਚਰਾ ਕਹਿੰਦੇ ਅਨਐਕਸੈਸੇਬਲ, ਜਿਹਨੂੰ ਕੋਈ ਪਹੁੰਚ ਨਾ ਸਕੇ, ਅਨਅਪਰੋਚੇਬਲ। ਇਹ ਜਿਹੜਾ ਵਾਹਿਗੁਰੂ ਸ਼ਬਦ 4 ਅੱਖਰਾਂ ਦਾ ਇਹ ਗੁਰੂ ਨਾਨਕ ਦੇ ਹਿੱਸੇ ਹੈ। ਕਬੀਰ ਸਾਹਿਬ ਨਾ ਰਾਮ ਜਪਿਆ, ਨਾਮਦੇਵ ਨਾ ਗੋਬਿੰਦ ਜਪਿਆ। ਇਸ ਕਰਕੇ ਗੋਬਿੰਦ 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 ਸੰਗ ਨਾਮਦੇਵ ਮਨ ਲੀਨਾ, 8 ਦਾਮ ਕੋ ਛੀਪਰੋ ਹੋਇਓ ਲਾਖੀਨਾ। ਕਬੀਰ ਸਾਹਿਬ ਨਾ ਰਾਮ ਜਪਿਆ। ਤੇ ਇਸ ਕਰਕੇ ਜਿਹੜਾ ਸ਼ਬਦ ਨਾਮ ਬਾਰ-ਬਾਰ ਲਿਖਿਆ ਇਹ ਹਰ, ਜੇ ਕੋਈ ਪੂਰਾ ਸਤਿਗੁਰੂ ਗੁਰੂ ਨਾਨਕ ਹੀ ਨਹੀਂ ਸੀ, ਪੂਰੇ ਸਤਿਗੁਰੂ ਦੀ ਜੋਤ ਰਾਮਾਨੰਦ 'ਚ ਵੀ ਆਈ ਸੀ, ਪੂਰੇ ਸਤਿਗੁਰੂ ਦੀ ਜੋਤ ਪ੍ਰਹਿਲਾਦ ਦੇ ਗੁਰੂ 'ਚ ਵੀ ਆਈ ਸੀ, ਸਦੇ ਤੇ ਉਹ ਗੁਰਮੁਖ ਭਗਤ ਸੀ। ਜਿਹੜੇ ਜਿਹੜੇ ਗੁਰਮੁਖ ਭਗਤ ਹੋਏ ਸਿਰਫ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਚੜੀ। ਉਹ ਸਤਿਗੁਰੂ ਅਕਾਲ ਪੁਰਖ ਦੀ ਜੋਤ ਐਸੀ ਸਤਿਗੁਰੂ ਨੂੰ, ਉਹ ਜੇ ਸਿੱਖਾਂ ਦਾ ਆਧਾਰ ਕਿਸੇ ਦਾ ਹੋਣਾ ਉਹ ਕਿਸੇ ਦੇ ਅੰਦਰ ਆ ਜਾਂਦੀ, ਉਹ ਸਤਿਗੁਰੂ ਹੋ ਕੇ ਵਰਤਦੀ, ਗੁਰੂ ਦੀ ਗੁਰੂ ਦੇਹ ਹੁੰਦੀ ਹੈ। ਇਸ ਕਰਕੇ ਸਤਿਗੁਰੂ ਜਿਹੜਾ ਹੈ ਇਹ ਨਾਮ ਬਾਰ-ਬਾਰ ਕਦੇ ਲਿਖਿਆ। ਭਾਈ ਜਿੱਥੇ ਜਿੱਥੇ ਵੀ ਹੋ ਤੁਸੀਂ, ਜੇ ਮੁਸਲਮਾਨ ਹੋ ਹਿੰਦੂ ਹੋ, ਉਹ ਅੰਮ੍ਰਿਤ ਵੇਲੇ ਉੱਠ ਕੇ ਅੱਲਾ ਦਾ ਪਰ ਨਾਮ ਜਪਣ। ਰਾਮ ਰਹੀਮ ਉਭਾਰ ਨਾ ਸਕ ਹੈ ਜਾ ਕਾ ਨਾਮ ਰਟੇ ਹੈ। ਜੇ ਤੂੰ ਸੀਤਾਰਾਮ ਬੰਦੇ ਦਾ ਨਾਮ ਤੇ ਜਨਾਨੀਆਂ ਦਾ ਲੈਂਦਾ ਰਿਹਾ, ਨਹੀਂ, ਉਹਦਾ ਨਾਮ ਲੈ ਜਿੰਨੇ ਸਭ ਕੁਝ ਬਣਾਇਆ। ਬਿਨ ਹਰ ਨਾਮ ਨਾ ਬਾਚਿਨ ਪੈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੁੰਦਰ ਗੁਟਕੇ ਦਾ ਸ਼ਬਦ ਪੜਿਆ ਕਰੋ, ਜਿਹੜਾ ਸਭ ਤੋਂ ਅਖੀਰਲਾ ਸ਼ਬਦ ਹੈ 10ਵੇਂ ਪਾਤਸ਼ਾਹ ਦਾ। ਬਿਨ ਹਰ ਨਾਮ ਨਾ ਬਾਚਿਨ ਪੈ ਹੈ, ਰਾਮ ਰਹੀਮ ਉਭਾਰ ਨਾ ਸਕੇ। ਜੇ ਕਿਸੇ ਬੰਦੇ ਦਾ ਨਾਮ ਜਪੇਗਾ ਸੀਤਾਰਾਮ ਕ੍ਰਿਸ਼ਨ ਹਰੀ ਕ੍ਰਿਸ਼ਨ ਸਾਰਾ ਇਹ ਸਾਰਾ, ਜਾਂ ਇਹ ਰਾਧਾ ਸ਼ਾਮ, ਇਹ ਬੰਦਿਆਂ ਦੇ ਨਾਮ ਹੈ। ਇਸੇ ਕਰਕੇ ਨਾਮ ਰੱਬ ਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਇਸ਼ਾਰਾ ਹੈ। ਇਸ ਕਰਕੇ ਨਾਮ ਲਿਖਿਆ ਕਿ ਜੇ ਕੋਈ ਜਿੱਦਾਂ ਦਾ ਵੀ ਭਗਤ ਹੈ ਪਰ ਆਪਣੇ ਗੁਰੂ ਦੇ ਥਰੂ ਹੋ ਕੇ ਜਪੇ, ਇੱਕ ਖਸਮ ਦਾ ਹੋ ਜਾਏ, ਨਖਸਮਾ ਨਾ ਰਵੇ। ਇਸ ਕਰਕੇ ਜਿਹੜਾ ਸਤਿਗੁਰੂ ਕੋਈ ਪੂਰਾ ਸਤਿਗੁਰੂ ਹੋਵੇ, ਕਿਉਂ ਜੇ ਅਧੂਰਾ ਹੋਏਗਾ ਤੇ ਚੇਲੇ ਦੀਏ ਬਹਾਏ, ਆਪ ਵੀ ਰੁੜੂਗਾ ਬਾਕੀਆਂ ਨੂੰ ਵੀ ਰੋੜ ਸੁੱਟੂਗਾ। ਇਸ ਕਰਕੇ ਗੁਰੂ ਨਾਨਕ ਦੇ ਘਰ ਦੇ ਜੇ ਅਸੀਂ ਸਿੱਖ ਹਾਂ, ਸਾਡੇ ਲਈ ਉਹ ਸ਼ਬਦ ਹੈ ਜਿਹੜਾ ਕਿ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ ਸਾਖਿਆਤ ਵੀ ਲਿਖ ਦਿੱਤਾ ਹੈ, ਵਾਹਿਗੁਰੂ 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 ਵਾਹਿਗੁਰੂ। ਇਸ਼ਾਰੇ ਨਾਲ ਕਿਤੇ ਵਾਹੋ 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 ਕਰਤੀ ਰਤਨਾ ਸਬਾਈ, ਕਿਤੇ ਗੁਰੂ 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 ਕਰ ਮਨ ਮੋਰ। ਮੈਂ ਹੈਰਾਨ ਰਹਿ ਗਿਆ ਜਿਸ ਵੇਲੇ ਗੰਡਾ ਸਿੰਘ ਹਿਸਟੋਰੀਅਨ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮਨਾਮੇ ਛਾਪੇ ਇੱਕ ਕਿਤਾਬ। ਮੈਂ ਹੁਕਮਨਾਮੇ 'ਚ ਪੜ੍ਹਿਆ, ਮਹਾਰਾਜ ਜੀ ਕਮਾਲ 10ਵੇਂ ਪਾਤਸ਼ਾਹ ਲਿਖ ਰਹੇ ਨੇ, ਬਾਕੀ ਲਿਖ ਰਹੇ ਨੇ ਇੰਨੇ ਘੋੜੇ ਲਿਆਇਓ, ਸ਼ਸਤਰ ਲਿਆਇਓ, ਗੁੰਡੀਆ ਬਣਾ ਲਿਆਓ, ਆਹ ਚੀਜ਼ ਨਾ ਲਿਖ। ਮੈਂ ਹੈਰਾਨ ਆ ਉਤਰੀ ਪਾਲ ਚ ਜਿਹੜੇ 10ਵੇਂ ਪਾਤਸ਼ਾਹ ਨੇ ਕੀ ਲਿਖਿਆ, ਹੈਰਾਨ ਰਹਿ ਜਾਓ। ਇਹ ਐਸੀ ਲਿਖਤ ਹੈ ਜਿਹੜੀ ਲੇਟੈਸਟ ਸਾਡੇ ਹੱਥ 'ਚ ਹੈ। ਉਹ ਹੁਕਮਨਾਮੇ ਅਸਲ ਉੱਤੇ ਗੁਰੂ 10ਵੇਂ ਪਾਤਸ਼ਾਹ ਲਿਖਦੇ, ਪਿਆਰੀ ਸੰਗਤ ਜੀ, ਗੁਰੂ ਗੁਰੂ ਜਪਿਓ ਜਨਮ ਸਵਰੇ। ਗੁਰੂ ਗੁਰੂ ਗੁਰਮੰਤਰ ਦਾ ਹਿੱਸਾ, ਜਨ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਗੁਰ ਕਰਤ ਸਰਣ ਕੀ ਆਵੇ, ਪ੍ਰਭ ਆਏ ਮਿਲੇ ਖਿੰਨ ਢੀਲ ਨਾ ਪਈਆ। ਤੋ ਗੁਰੂ ਗੁਰੂ ਜਪਿਓ ਜਨਮ ਸਵਰੇਗਾ। ਜਪੋ ਜਪ